ਇੰਜੀਨੀਅਰਿੰਗ ਮੈਥਮੈਟਿਕਸ 1 ਦੇ ਲੈਕਚਰ ਵਿੱਚ ਤੁਹਾਡਾ ਸਵਾਗਤ ਹੈ ਅਤੇ ਅੱਜ ਦਾ ਟੌਪਿਕ ਇਨਡਿਟਰਮੀਨੇਟ ਫਾਰਮਸ ਹੈ। ਇਹ ਉਹ ਕਨਸੈਪਟ ਹਨ ਜਿਨ੍ਹਾਂ ਨੂੰ ਅਸੀਂ ਅੱਜ ਕਵਰ ਕਰਾਂਗੇ। ਇਸ ਲਈ ਇਨਡਿਟਰਮੀਨੇਟ ਫਾਰਮਸ ਐਲ ਹੌਸਪਿਟਲ ਦੇ ਰੂਲਸ, ਜੋ ਕਿ ਅਜਿਹੇ ਫਾਰਮਸ ਨੂੰ ਨਿਰਧਾਰਿਤ ਕਰਨ ਦਾ ਇੱਕ ਬਹੁਤ ਹੀ ਮਹੱਤਵਪੂਰਨ ਸਿਧਾਂਤ ਹੈ, ਅਤੇ ਕੁਝ ਹੱਲ ਕੀਤੀਆਂ ਸਫਲ ਉਦਾਹਰਨਾਂ। ਇਸ ਤੋਂ ਪਹਿਲਾਂ ਕਿ ਮੈਂ ਇਨਡਿਟਰਮੀਨੇਟ ਫਾਰਮਸ ਬਾਰੇ ਦੱਸਣਾ ਸ਼ੁਰੂ ਕਰਾਂ, ਮੈਂ ਤੁਹਾਨੂੰ ਸਿਰਫ ਪਿਛਲੇ ਲੈਕਚਰ ਤੋਂ ਆਮ ਤੌਰ ਤੇ ਦਰਸਾਈ ਗਈ ਜਨਰਲਾਈਜ਼ਡ ਮੀਨ ਵੈਲਿਊ ਥਿਓਰਮ ਜਾਂ ਕੌਸ਼ੀ ਮੀਨ ਵੈਲਿਊ ਥਿਓਰਮ ਬਾਰੇ ਦੱਸਦਾ ਹਾਂ, ਜਿਸ ਬਾਰੇ ਪਿਛਲੇ ਲੈਕਚਰ ਵਿੱਚ ਚਰਚਾ ਕੀਤੀ ਗਈ ਸੀ। ਇਸ ਲਈ ਉੱਥੇ ਅਸੀਂ ਵੇਖਿਆ ਹੈ ਕਿ ਜੇ ਉਹ ਦੋ ਫੰਕਸ਼ਨ f ਅਤੇ g ਕਲੋਜ਼ਡ ਇੰਟਰਵਲ ਵਿੱਚ ਕੰਟੀਨਿਊਅਸ ਅਤੇ ਓਪਨ ਇੰਟਰਵਲ a b ਵਿੱਚ ਡਿਫਰੈਂਸ਼ੀਏਬਲ ਹਨ, ਅਤੇ g ਪ੍ਰਾਈਮ ਦੇ ਡੈਰੀਵੇਟਿਵ g ਦੇ ਇੰਟਰਵਲ ਦੇ ਅੰਦਰ ਕਿਤੇ ਵੀ ਖਤਮ ਨਹੀਂ ਹੁੰਦਾ, ਫਿਰ ਓਪਨ ਇੰਟਰਵਲ a b ਵਿੱਚ ਇੱਕ ਪੁਆਇੰਟ c ਐਗਜ਼ਿਸਟ ਹੁੰਦਾ ਹੈ, ਜਿਵੇਂ ਕਿ ਇਹ ਕੋਸ਼ੰਟ ਇੱਥੇ f(b-f)a ਨੂੰ g(b-ga) ਨਾਲ ਡਿਵਾਈਡ ਕੀਤਾ ਜਾਂਦਾ ਹੈ, ਉਸ ਪੁਆਇੰਟ c ਤੇ ਡੈਰੀਵੇਟਿਵ ਦੇ ਅਨੁਪਾਤ ਦੇ ਬਰਾਬਰ ਹੈ। ਇਸ ਲਈ ਨਤੀਜਿਆਂ ਦੇ ਜੋੜ ਨੂੰ ਪ੍ਰੂਵ ਕਰਨ ਲਈ ਅੱਜ ਇਸ ਜਨਰਲਾਈਜ਼ਡ ਮੀਨ ਵੈਲਿਊ ਥਿਓਰਮ ਦੀ ਵਰਤੋਂ ਕੀਤੀ ਜਾਵੇਗੀ। ਅਤੇ ਉਦਾਹਰਨ ਦੇ ਲਈ ਇਨਡਿਟਰਮੀਨੇਟ ਫਾਰਮਸ ਕੀ ਹਨ? ਜੇ ਅਸੀਂ ਇਸ sin x-1 ਓਵਰ x-1 sin ਅਤੇ x-1 ਦੇ ਇਸ ਅਨੁਪਾਤ ਨੂੰ ਕੰਸੀਡਰ ਕਰਦੇ ਹਾਂ, ਜਾਂ ਅਸੀਂ x² -1 ਓਵਰ x-1 ਕੰਸੀਡਰ ਕਰਦੇ ਹਾਂ। ਇਸ ਲਈ ਅਸੀਂ ਇਹਨਾਂ ਦਾ ਮੁਲਾਂਕਣ ਕਰਨਾ ਚਾਹੁੰਦੇ ਹਾਂ ਜਦੋਂ x 1 ਦੇ ਬਰਾਬਰ ਹੋਵੇ। ਜੇ ਅਸੀਂ x ਨੂੰ 1 ਦੇ ਬਰਾਬਰ ਸਬਸਟੀਟਿਊਟ ਕਰਦੇ ਹਾਂ ਤਾਂ ਅਸੀਂ ਇੱਥੇ 0 ਪ੍ਰਾਪਤ ਕਰ ਰਹੇ ਹਾਂ ਅਤੇ 0 ਨਾਲ ਡਿਵਾਈਡ ਕਰ ਰਹੇ ਹਾਂ। ਇਸੇ ਤਰ੍ਹਾਂ ਇੱਥੇ ਵੀ ਅਸੀਂ 0 ਪ੍ਰਾਪਤ ਕਰ ਰਹੇ ਹਾਂ ਅਤੇ 0 ਨਾਲ ਡਿਵਾਈਡ ਕਰ ਰਹੇ ਹਾਂ। ਇਸ ਵਿੱਚ ਇਹਨਾਂ ਕੇਸਸ ਵਿੱਚ ਅਸੀਂ ਸਿਰਫ x ਨੂੰ 1 ਦੇ ਬਰਾਬਰ ਨਹੀਂ ਸਬਸਟੀਟਿਊਟ ਕਰ ਸਕਦੇ ਅਤੇ ਇੱਥੇ ਦਿੱਤੇ ਗਏ ਇਹਨਾਂ ਐਕਸਪ੍ਰੈਸ਼ਨਸ ਦੀ ਵੈਲਿਊ ਪ੍ਰਾਪਤ ਕਰ ਸਕਦੇ ਹਾਂ। ਜਾਂ ਉਦਾਹਰਨ ਦੇ ਲਈ ਸਾਡੇ ਕੋਲ 1 cos x ਓਵਰ x ਹੈ ਅਤੇ ਅਸੀਂ ਵੇਖਣਾ ਚਾਹੁੰਦੇ ਹਾਂ ਕਿ ਇਸ ਐਕਸਪ੍ਰੈਸ਼ਨ ਦਾ ਕੀ ਹੋਵੇਗਾ ਜਦੋਂ x 0 ਦੇ ਬਰਾਬਰ ਹੋਵੇਗਾ। ਜੇ ਅਸੀਂ x ਨੂੰ 0 ਦੇ ਬਰਾਬਰ ਰੱਖਦੇ ਹਾਂ ਤਾਂ 1 a cos 0 ਦੁਬਾਰਾ 1 ਹੈ, ਇਸ ਲਈ 0 ਅਤੇ 0 ਨਾਲ ਡਿਵਾਈਡ ਹੁੰਦਾ ਹੈ। ਸਾਡੇ ਕੋਲ ਇੱਕ ਹੋਰ 0/0 ਫਾਰਮ ਹੁੰਦਾ ਹੈ, ਜਿਸ ਦਾ x ਬਰਾਬਰ 0 ਨਾਲ ਬਦਲ ਕੇ ਸਿੱਧਾ ਮੁਲਾਂਕਣ ਨਹੀਂ ਕੀਤਾ ਜਾ ਸਕਦਾ। ਇਸ ਲਈ ਪ੍ਰਸ਼ਨ ਇਹ ਹੈ ਕਿ ਜਦੋਂ f ਅਤੇ g ਦੋਵੇਂ 0 ਹੁੰਦੇ ਹਨ, ਅਨੁਪਾਤ f(x ਓਵਰ g(x) ਦੇ ਨਾਲ ਕੀ ਹੁੰਦਾ ਹੈ? ਇਹ ਉਹ ਸਥਿਤੀਆਂ ਹਨ ਜਿਨ੍ਹਾਂ ਬਾਰੇ ਅਸੀਂ ਇਹਨਾਂ ਉਦਾਹਰਨਾਂ ਵਿੱਚ ਵਿਚਾਰਿਆ ਹੈ। ਉਹਨਾਂ ਵਿੱਚੋਂ ਹਰੇਕ ਵਿੱਚ f(x) ਅਤੇ g(x) ਦੋਵੇਂ 0 ਹੁੰਦੇ ਹਨ, ਅਤੇ ਹੁਣ ਅਸੀਂ ਵੇਖਣਾ ਚਾਹੁੰਦੇ ਹਾਂ ਕਿ ਇਹਨਾਂ ਐਕਸਪ੍ਰੈਸ਼ਨਸ ਦਾ ਕੀ ਹੋਵੇਗਾ। ਅਤੇ ਅੱਜ ਦੇ ਲੈਕਚਰ ਵਿੱਚ ਅਸੀਂ ਵੇਖਾਂਗੇ ਕਿ ਉਦਾਹਰਨ ਦੇ ਤੌਰ ਤੇ ਇਹ ਫਾਰਮ ਇੱਥੇ sin x-1 ਓਵਰ x-1 ਹੈ ਜਦੋਂ ਅਸੀਂ ਲਿਮਿਟ x goes to 1 ਲੈਂਦੇ ਹਾਂ, ਕਿਉਂਕਿ ਅਸੀਂ ਸਿਰਫ ਸਬਸਟੀਟਿਊਟ ਨਹੀਂ ਸਕਦੇ ਜਿਵੇਂ ਕਿ x ਇਸ ਐਕਸਪ੍ਰੈਸ਼ਨ ਵਿੱਚ 1 ਦੇ ਬਰਾਬਰ ਹੈ, ਪਰ ਅਸੀਂ ਲਿਮਿਟ ਬਾਰੇ ਗੱਲ ਕਰ ਸਕਦੇ ਹਾਂ, ਇਸ ਲਈ ਲਿਮਿਟ x 1 ਹੋ ਜਾਂਦੀ ਹੈ। sin x-1 x-1 ਆਵੇਗਾ, ਜਦੋਂ ਕਿ ਦੂਜੇ ਕੇਸ ਵਿੱਚ ਜਦੋਂ x² -1 ਓਵਰ x-1 ਇਹ ਨਿਊਮਰੇਟਰ ਤੋਂ ਇਸ x-1 ਨੂੰ ਕੈਂਸਲ ਕਰਕੇ ਪ੍ਰਾਪਤ ਕੀਤਾ ਜਾ ਸਕਦਾ ਹੈ, ਕਿਉਂਕਿ ਇਹ ਨਿਊਮਰੇਟਰ ਇਸ ਨੂੰ ਕੋਈ x-1 ਅਤੇ x+1 ਦੀ ਤਰ੍ਹਾਂ ਲਿਖ ਸਕਦਾ ਹੈ। ਇਸ ਲਈ ਇਹ x-1 ਇਸ x-1 ਨਾਲ ਕੈਂਸਲ ਹੋ ਜਾਵੇਗਾ ਅਤੇ ਫਿਰ ਇਹ ਲਿਮਿਟ ਸਿਰਫ 2 ਹੋਵੇਗੀ। ਇਹ 1 cos x ਓਵਰ x ਕੋਈ ਵੀ ਦੁਬਾਰਾ ਮੁਲਾਂਕਣ ਕਰ ਸਕਦਾ ਹੈ। ਅਸੀਂ ਬਾਅਦ ਵਿੱਚ ਲੈਕਚਰ ਵਿੱਚ ਵੇਖਾਂਗੇ ਕਿ ਇਹ ਲਿਮਿਟ 0 ਹੈ। ਇਸ ਲਈ ਇਹਨਾਂ ਤਿੰਨਾਂ ਕੇਸਸ ਵਿੱਚ ਅਸੀਂ ਵੇਖਿਆ ਹੈ ਕਿ ਇਹ ਫਾਰਮਸ 0/0 ਫਾਰਮਸ ਲਈ ਹਨ, ਪਰ ਉਹਨਾਂ ਦੀਆਂ ਲਿਮਿਟ ਪਹਿਲੇ ਕੇਸ ਵਿੱਚ ਵੱਖਰੀਆਂ ਹਨ। ਇੱਥੇ ਇਹ 1, ਇੱਥੇ ਇਹ 2 ਅਤੇ ਤੀਜੀ 0 ਹੈ। ਤਾਂ ਇਹ ਇਨਡਿਟਰਮੀਨੇਟ ਐਕਸਪ੍ਰੈਸ਼ਨ ਕੀ ਹਨ? ਅਸੀਂ ਹੁਣ ਵੇਖਾਂਗੇ ਕਿ ਉਹ 0/0 ਦੀ ਤਰ੍ਹਾਂ ਦਿਖਾਈ ਦੇ ਸਕਦੇ ਹਨ, ਜੋ ਅਸੀਂ ਹੁਣੇ ਵੇਖਿਆ ਹੈ। ਦੂਜੀ ਸੰਭਾਵਨਾ ਇਹ ਹੈ ਕਿ ਨਿਊਮਰੇਟਰ ਅਤੇ ਡਿਨੋਮੀਨੇਟਰ ਦੋਵੇਂ ਇਨਫਿਨਿਟੀ ਹਨ, ਇਸ ਲਈ ਸਾਡੇ ਕੋਲ ਇਨਫਿਨਿਟੀ ਫਾਰਮ ਹੈ, ਜਾਂ 0 ਗੁਣਾ ਇਨਫਿਨਿਟੀ। ਹੋਰ ਇਨਡਿਟਰਮੀਨੇਟ ਫਾਰਮਸ ਹਨ ਜਿਵੇਂ ਇਨਫਿਨਿਟੀ ਜਾਂ ਇਹਨਾਂ ਐਕਸਪੋਨੈਂਟ ਫਾਰਮ ਵਿੱਚ 0/0, ਇਨਫਿਨਿਟੀ ਪਾਵਰ 0, 1 ਪਾਵਰ ਇਨਫਿਨਿਟੀ। ਇਸ ਲਈ ਇਹ ਸਾਰੇ ਇਨਡਿਟਰਮੀਨੇਟ ਫਾਰਮ ਹਨ ਅਤੇ ਸਾਨੂੰ ਨਹੀਂ ਪਤਾ ਕਿ ਵੈਲਿਊ ਕੀ ਹੈ। ਉਦਾਹਰਨ ਲਈ ਇਨਫਿਨਿਟੀ ਪਾਵਰ 0 ਜਾਂ 1 ਪਾਵਰ ਇਨਫਿਨਿਟੀ ਇਨਫਿਨਿਟੀ। ਇਸ ਲਈ ਇੱਥੇ ਇੱਕ ਰਿਮਾਰਕ ਹੈ ਕਿ ਇਹ ਐਕਸਪ੍ਰੈਸ਼ਨ ਜੋ ਇਹਨਾਂ ਤੋਂ ਵੱਖਰੇ ਹਨ, ਇਹਨਾਂ ਨੂੰ ਅਸੀਂ ਇਨਡਿਟਰਮੀਨੇਟ ਫਾਰਮਸ ਕਹਿ ਰਹੇ ਹਾਂ। ਉਦਾਹਰਨ ਵਜੋਂ 0 ਪਾਵਰ ਇਨਫਿਨਿਟੀ ਗੁਣਾ ਇਨਫਿਨਿਟੀ ਪਲੱਸ ਇਨਫਿਨਿਟੀ।
ਇਨਫਿਨਿਟੀ ਪਾਵਰ ਇਨਫਿਨਿਟੀ ਜਾਂ ਇਨਫਿਨਿਟੀ ਪਾਵਰ ਮਾਈਨਸ ਇਨਫਿਨਿਟੀ। ਅਤੇ ਨੋਟ ਕਰੋ ਕਿ ਇਹ ਫਾਰਮ ਇਨਡਿਟਰਮੀਨੇਟ ਫਾਰਮਸ ਨਹੀਂ ਹਨ, ਅਤੇ ਅਸੀਂ ਸਿੱਧੇ ਇਹਨਾਂ ਐਕਸਪ੍ਰੈਸ਼ਨਸ ਦੀ ਵੈਲਿਊ ਲੱਭ ਸਕਦੇ ਹਾਂ। ਉਦਾਹਰਨ ਲਈ ਇਹ 0 ਪਾਵਰ ਇਨਫਿਨਿਟੀ। 0 ਪਾਵਰ ਇਨਫਿਨਿਟੀ ਦੀ ਵੈਲਿਊ ਕੀ ਹੈ? ਕੇਵਲ 0 ਹੈ। ਅਤੇ ਇਨਫਿਨਿਟੀ ਗੁਣਾ ਇਨਫਿਨਿਟੀ ਦੋ ਬਹੁਤ ਵੱਡੀਆਂ ਸੰਖਿਆਵਾਂ ਹੋਣਗੀਆਂ। ਜਦੋਂ ਤੁਸੀਂ ਗੁਣਾ ਕਰੋਗੇ ਤਾਂ ਤੁਹਾਨੂੰ ਇਨਫਿਨਿਟੀ ਪ੍ਰਾਪਤ ਹੋਵੇਗੀ। ਦੁਬਾਰਾ ਇੱਥੇ ਪਲੱਸ ਇਨਫਿਨਿਟੀ ਫਿਰ ਇਨਫਿਨਿਟੀ ਬਣ ਜਾਵੇਗਾ ਅਤੇ ਇਨਫਿਨਿਟੀ ਪਾਵਰ ਇਨਫਿਨਿਟੀ, ਇਸੇ ਕਾਰਨ ਇਹ ਵੀ ਇਨਫਿਨਿਟੀ ਹੋਵੇਗੀ। ਅਤੇ ਇਨਫਿਨਿਟੀ ਪਾਵਰ ਮਾਈਨਸ ਇਨਫਿਨਿਟੀ, ਅਸੀਂ ਇਸ ਨੂੰ 1 ਓਵਰ ਇਨਫਿਨਿਟੀ ਪਾਵਰ ਇਨਫਿਨਿਟੀ ਦੇ ਰੂਪ ਵਿੱਚ ਦੁਬਾਰਾ ਲਿਖ ਸਕਦੇ ਹਾਂ ਅਤੇ ਫਿਰ ਇਨਫਿਨਿਟੀ ਪਾਵਰ ਇਨਫਿਨਿਟੀ ਹੈ। ਇਹ 1 ਓਵਰ ਇਨਫਿਨਿਟੀ ਬਣ ਜਾਵੇਗਾ ਜੋ ਕਿ 0 ਹੈ। ਇਸ ਲਈ ਇਹ ਫਾਰਮ ਇਨਡਿਟਰਮੀਨੇਟ ਫਾਰਮਸ ਨਹੀਂ ਹਨ। ਜੇਕਰ ਸਾਨੂੰ ਗਣਨਾ ਦੇ ਦੌਰਾਨ ਅਜਿਹੇ ਐਕਸਪ੍ਰੈਸ਼ਨ ਮਿਲਦੇ ਹਨ ਤਾਂ ਅਸੀਂ ਸਿੱਧੇ ਇਹਨਾਂ ਵੈਲਿਊਜ਼ ਨੂੰ ਸਬਸਟੀਟਿਊਟ ਕਰ ਸਕਦੇ ਹਾਂ। ਪਰ ਸਾਨੂੰ ਅਜਿਹੇ 0/0 ਇਨਫਿਨਿਟੀ 0 ਗੁਣਾ ਇਨਫਿਨਿਟੀ ਵਿੱਚ ਇਹਨਾਂ ਸਾਰੇ ਕੇਸ ਲਈ ਵਧੇਰੇ ਧਿਆਨ ਦੇਣਾ ਪਵੇਗਾ, ਕਿਉਂਕਿ ਸਾਨੂੰ ਕੁਝ ਰੂਲਸ ਦੁਆਰਾ ਮੁਲਾਂਕਣ ਕਰਨਾ ਪਏਗਾ ਉਹ ਵੈਲਿਊਜ਼, ਅਤੇ ਇਹ ਸਪਸ਼ਟ ਨਹੀਂ ਹੈ ਕਿ ਇਨਫਿਨਿਟੀ ਦੀ ਵੈਲਿਊ ਕੀ ਹੈ। ਉਦਾਹਰਨ ਵਜੋਂ, ਇੱਥੇ ਇੱਕ ਕਨਸੈਪਟ ਐਲ ਹੋਸਪਿਟਲ ਦਾ ਰੂਲ ਜੋ ਅਜਿਹੇ ਇਨਡਿਟਰਮੀਨੇਟ ਫਾਰਮਸ ਨੂੰ ਨਿਰਧਾਰਿਤ ਕਰਨ ਲਈ ਇੱਕ ਬਹੁਤ ਹੀ ਮਹੱਤਵਪੂਰਨ ਰੂਲ ਹੈ। ਇਸ ਲਈ ਇਹ ਇੱਥੇ ਕੀ ਹੈ, ਆਓ ਇਸ ਬਾਰੇ ਵਿਚਾਰ ਕਰੀਏ। ਮੰਨ ਲਓ ਕਿ ਇਹ f(x, g(x) ਦੋ ਫੰਕਸ਼ਨ ਹਨ ਅਤੇ ਕਲੋਜ਼ਡ ਇੰਟਰਵਲ a b ਵਿੱਚ ਕੰਟੀਨਿਊਅਸ ਅਤੇ ਓਪਨ ਇੰਟਰਵਲ a b ਵਿੱਚ ਡਿਫਰੈਂਸ਼ੀਏਬਲ ਹੈ, ਅਤੇ ਇਹ g' ਦਾ ਡੈਰੀਵੇਟਿਵ ਇੰਟਰਵਲ ਦੇ ਅੰਦਰ ਕਿਤੇ ਵੀ ਸਮਾਪਤ ਨਹੀਂ ਹੁੰਦਾ। ਇਸ ਲਈ ਇਹ ਸਾਰੀਆਂ ਕੰਡੀਸ਼ਨਜ਼ ਕੌਸ਼ੀ ਮੀਨ ਵੈਲਿਊ ਥਿਓਰਮ ਜਾਂ ਜਨਰਲਾਈਜ਼ਡ ਮੀਨ ਵੈਲਿਊ ਥਿਓਰਮ ਦੀਆਂ ਕੰਡੀਸ਼ਨਜ਼ ਹਨ ਜੋ ਅਸੀਂ ਅੱਜ ਹੀ ਵੇਖੀਆਂ ਹਨ। ਅਤੇ ਉਹਨਾਂ ਕੰਡੀਸ਼ਨਜ਼ ਤੋਂ ਇਲਾਵਾ, ਜੇ ਸਾਡੇ ਕੋਲ f(a) 0 ਦੇ ਬਰਾਬਰ ਹੈ ਤਾਂ ਫੰਕਸ਼ਨ a ਤੇ ਵੈਲਿਊ ਨੂੰ 0 ਦੇ ਰੂਪ ਵਿੱਚ ਲੈ ਰਿਹਾ ਹੈ, ਅਤੇ ਦੂਜਾ ਫੰਕਸ਼ਨ g ਵੀ ਵੈਲਿਊ ਨੂੰ 0 ਲੈ ਰਿਹਾ ਹੈ ਇਸ ਪੁਆਇੰਟ a ਤੇ। ਫਿਰ ਅਸੀਂ ਇਸ ਐਲ ਹੋਸਪਿਟਲ ਦੇ ਰੂਲ ਦੇ ਪ੍ਰੂਫ ਵਿੱਚ ਵੇਖਾਂਗੇ ਕਿ ਜੇ ਅਸੀਂ ਰਾਈਟ ਹੈਂਡ ਸਾਈਡ ਤੋਂ ਲਿਮਿਟ x goes to a ਦਾ ਸੈਟਿੰਗ ਵਿੱਚ ਮੁਲਾਂਕਣ ਕਰਨਾ ਚਾਹੁੰਦੇ ਹਾਂ ਤਾਂ ਰਾਈਟ ਲਿਮਿਟ x goes to a f(x over g(x) ਇਹ ਅਨੁਪਾਤ ਜੋ ਅਸੀਂ ਇੱਥੇ ਸਿੱਧਾ ਵੇਖਦੇ ਹਾਂ f(a) 0 ਹੈ, ਇਸ ਲਈ ਇਹ 0/0 ਫਾਰਮ ਵਿੱਚ ਹੈ। ਪਰ ਜੇ ਅਸੀਂ ਇਹ ਲਿਮਿਟ ਲੈਂਦੇ ਹਾਂ ਅਤੇ ਇਹ ਰੂਲ ਕਹਿੰਦਾ ਹੈ ਕਿ ਇਹ ਲਿਮਿਟਿੰਗ ਵੈਲਿਊ ਇਸ ਲਿਮਿਟਿੰਗ ਵੈਲਿਊ ਦੇ ਬਰਾਬਰ ਹੈ ਜੋ ਡੈਰੀਵੇਟਿਵਜ਼ ਦਾ ਅਨੁਪਾਤ ਹੈ, ਇਸ ਲਈ ਇਹ ਡੈਰੀਵੇਟਿਵਜ਼ ਦੀ ਇੱਕ ਹੋਰ ਐਪਲੀਕੇਸ਼ਨ ਹੈ। ਅਤੇ ਜਦੋਂ ਇਹ ਲਿਮਿਟ ਡੈਰੀਵੇਟਿਵਜ਼ ਦੀ ਲਿਮਿਟ ਐਗਜ਼ਿਸਟ ਕਰਦੀ ਹੈ ਤਾਂ ਇਸ ਦਾ ਕੋਈ ਅਰਥ ਨਹੀਂ ਹੁੰਦਾ। ਜੇ ਇਹ ਮੌਜੂਦ ਨਹੀਂ ਹੁੰਦੀ ਤਾਂ ਅਸੀਂ ਇਸ ਪੁਆਇੰਟ ਤੇ ਥੋੜੀ ਦੇਰ ਬਾਅਦ ਆਵਾਂਗੇ ਅਤੇ ਅਸੀਂ ਵੇਖਾਂਗੇ ਇੱਕ ਉਦਾਹਰਨ ਜਿੱਥੇ ਇਹ ਲਿਮਿਟ ਮੌਜੂਦ ਨਹੀਂ ਹੈ, ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ f(x over g(x) ਦੀ ਲਿਮਿਟ ਐਗਜ਼ਿਸਟ ਨਹੀਂ ਕਰਦੀ ਹੈ। ਇਸ ਲਈ ਇੱਥੇ ਰੂਲ ਇਹ ਹੈ ਕਿ ਜੇ ਅਜਿਹੀਆਂ ਲਿਮਿਟ ਡੈਰੀਵੇਟਿਵਜ਼ ਦੀਆਂ ਲਿਮਿਟ ਮੌਜੂਦ ਹਨ ਤਾਂ ਇਹ ਫੰਕਸ਼ਨ ਦੇ ਇਸ ਅਨੁਪਾਤ ਦੀ ਲਿਮਿਟ ਦੇ ਬਰਾਬਰ ਹੋਣਗੇ। ਇਸ ਲਈ ਪ੍ਰੂਫ ਬਹੁਤ ਆਸਾਨ ਹੈ। ਜੇ ਤੁਸੀਂ ਕੌਸ਼ੀ ਮੀਨ ਵੈਲਿਊ ਥਿਓਰਮ ਦੀ ਵਰਤੋਂ ਕਰਦੇ ਹੋ ਜਿਸ ਬਾਰੇ ਅੱਜ ਸੰਖੇਪ ਵਿੱਚ ਦੱਸਿਆ ਗਿਆ ਹੈ, ਤਾਂ ਇਹ ਕੌਸ਼ੀ ਮੀਨ ਵੈਲਿਊ ਥਿਓਰਮ ਹੈ ਜਦੋਂ ਸਾਡੇ ਕੋਲ ਦੋ ਫੰਕਸ਼ਨ f ਅਤੇ g ਹਨ। ਫਿਰ f(x f(a) ਅਤੇ g(x ga f') xi over g' ਹੋਵੇਗਾ ਅਤੇ xi a ਅਤੇ x ਦੇ ਵਿਚਕਾਰ ਕਿਤੇ ਮੌਜੂਦ ਹੈ। ਇਸ ਲਈ ਅਸੀਂ ਇੰਟਰਵਲ ਵਿੱਚ ਇੱਥੇ ਪੁਆਇੰਟ x ਲਿਆ ਹੈ। x ਬੇਸ਼ੱਕ a ਦੇ ਬਰਾਬਰ ਨਹੀਂ ਹੈ, ਅਤੇ ਫਿਰ ਅਸੀਂ ਇੰਟਰਵਲ a ਤੋਂ x ਵਿੱਚ ਇਸ ਜਨਰਲਾਈਜ਼ਡ ਮੀਨ ਵੈਲਿਊ ਥਿਓਰਮ ਨੂੰ ਲਾਗੂ ਕੀਤਾ ਹੈ। ਠੀਕ ਹੈ, ਇਸ ਲਈ ਅਸੀਂ ਜਾਣਦੇ ਹਾਂ ਕਿ a ਤੇ ਫੰਕਸ਼ਨ ਦੀ ਵੈਲਿਊ ਅਤੇ ਫੰਕਸ਼ਨ g ਦੀ ਵੈਲਿਊ ਇਸ ਲਈ a ਤੇ ਦੋਵਾਂ ਫੰਕਸ਼ਨਾਂ ਲਈ 0 ਹੈ। ਇਹ ਇੱਥੇ ਲੈਫਟ ਹੈਂਡ ਸਾਈਡ ਐਕਸਪ੍ਰੈਸ਼ਨ f(x over g(x) ਬਣ ਜਾਵੇਗਾ। ਇਸ ਲਈ ਸਾਡੇ ਕੋਲ ਜੋ ਇੱਥੇ ਹੈ f(x over g(x) ਬਰਾਬਰ ਹੈ f'(xi over g') ਦੇ, ਅਤੇ xi a ਤੋਂ x ਇੰਟਰਵਲ ਨਾਲ ਸੰਬੰਧਿਤ ਹੈ। ਇਸ ਲਈ ਹੁਣ ਤੁਸੀਂ ਨੋਟ ਕਰੋ ਕਿ ਜੇ ਇੱਥੇ a ਲਿਮਿਟ ਅਸੀਂ x goes to a ਲੈਂਦੇ ਹਾਂ, ਅਤੇ ਕਿਉਂਕਿ ਇਹ xi ਓਪਨ ਇੰਟਰਵਲ a ਤੋਂ x ਨਾਲ ਸੰਬੰਧਿਤ ਹੈ, ਇਸ ਲਈ ਜੇਕਰ x a ਤੇ ਜਾਂਦਾ ਹੈ ਤਾਂ xi ਵੀ a ਤੇ ਜਾਏਗਾ। ਇਸ ਲਈ ਅਗਲਾ ਇਹੀ ਹੈ, ਜੇ ਅਸੀਂ ਇੱਥੇ ਲਿਮਿਟ x goes to a f(x over g(x) ਲੈਂਦੇ ਹਾਂ, ਅਤੇ ਫਿਰ ਇਹ ਉਸ ਲਿਮਿਟ ਦੇ ਬਰਾਬਰ ਹੋਵੇਗੀ xi goes to a+, ਕਿਉਂਕਿ xi
ਇੰਟਰਵਲ a ਤੋਂ x ਦੇ ਨਾਲ ਸੰਬੰਧਿਤ ਹੈ, ਇਸ ਲਈ y ਸੱਜੇ ਪਾਸੇ ਤੋਂ a ਪਲਸ ਤੇ ਜਾਵੇਗਾ। ਅਤੇ ਇਹ ਡੈਰੀਵੇਟਿਵ ਇੱਥੇ f ਪ੍ਰਾਈਮ ਓਵਰ g ਪ੍ਰਾਈਮ ਹੈ। ਅਤੇ ਹੁਣ ਅਸੀਂ ਇਸ y ਨੂੰ ਕਿਸੇ ਹੋਰ ਨਾਮ ਦੁਆਰਾ ਬਦਲ ਸਕਦੇ ਹਾਂ। ਜਾਂ ਸਭ ਤੋਂ ਉਚਿਤ x ਇੱਥੇ ਸੈਟਿੰਗ ਵਿੱਚ ਹੈ, ਇਸ ਲਈ ਜੋ ਅਸੀਂ ਵੇਖਿਆ ਹੈ ਕਿ ਇਹ ਲਿਮਿਟ x a ਪਲਸ ਤੇ ਜਾਂਦੀ ਹੈ, ਇਹ ਅਨੁਪਾਤ f(x) ਓਵਰ gx ਹੋਰ ਕੁਝ ਵੀ ਨਹੀਂ ਹੈ ਬਲਕਿ ਲਿਮਿਟ x goes to a ਪਲਸ f ਪ੍ਰਾਈਮ ਓਵਰ g ਪ੍ਰਾਈਮ ਹੈ। ਇਸ ਲਈ ਇਹ ਜਨਰਲਾਈਜ਼ਡ ਮੀਨ ਵੈਲਿਊ ਥਿਓਰਮ ਦੀ ਵਰਤੋਂ ਕਰਦੇ ਹੋਏ ਇਸ ਐਲ ਹੌਸਪਿਟਲ ਦੇ ਰੂਲ ਦਾ ਪ੍ਰੂਫ ਹੈ। ਇਸ ਐਲ ਹੌਸਪਿਟਲ ਦੇ ਰੂਲ ਦਾ ਥੋੜਾ ਜਿਹਾ ਵਧੇਰੇ ਜਨਰਲ ਫਾਰਮ ਹੈ, ਕਿਉਂਕਿ ਜੇ ਅਸੀਂ ਇੱਥੇ ਨੋਟ ਕਰਦੇ ਹਾਂ ਕਿ ਅਸੀਂ x 2a ਨੂੰ ਸੱਜੇ ਪਾਸੇ ਲਿਆ ਹੈ ਕਿਉਂਕਿ ਅਸੀਂ ਇਹ ਇੰਟਰਵਲ a to b ਫੰਕਸ਼ਨਾਂ ਲਈ ਲਿਆ ਸੀ, ਇਸ ਲਈ ਇਹ ਵਧੇਰੇ ਜਨਰਲ ਫਾਰਮ ਹੈ। ਜੇ ਓਪਨ ਇੰਟਰਵਲ I ਤੇ f ਅਤੇ g ਦੋ ਫੰਕਸ਼ਨ ਡਿਫਰੈਂਸ਼ੀਏਬਲ ਹਨ ਅਤੇ ਉਹ ਇਸ I ਤੇ ਕੰਟੀਨਿਊਅਸ ਵੀ ਹਨ ਜਿਸ ਵਿੱਚ a ਹੈ ਅਤੇ ਇਹ f a ਸਿਫਰ ਹੈ, ਇਸ ਲਈ ਹੁਣ ਇਹ ਇੰਟਰਵਲ ਦੇ ਅੰਦਰ ਕਿਤੇ ਇੱਥੇ ਬਾਉਂਡਰੀ ਨਹੀਂ, ਇਸ ਲਈ ਜੇ ਸਾਡੇ ਕੋਲ f a ਸਿਫਰ ਦੇ ਬਰਾਬਰ ਹੈ ਜੋ g a ਦੇ ਬਰਾਬਰ ਹੈ ਅਤੇ g ਪ੍ਰਾਈਮ x ਇਸ ਇੰਟਰਵਲ ਵਿੱਚ ਸਿਫਰ ਦੇ ਬਰਾਬਰ ਨਹੀਂ ਹੈ। ਜੇ x a ਦੇ ਬਰਾਬਰ ਨਹੀਂ ਹੈ x a ਦੇ ਬਰਾਬਰ ਹੈ ਤਾਂ ਕੁਝ ਵੀ ਹੋ ਸਕਦਾ ਹੈ, ਸਾਨੂੰ g ਪ੍ਰਾਈਮ ਤੇ ਅਜਿਹੀਆਂ ਪਾਬੰਦੀਆਂ ਦੀ ਜ਼ਰੂਰਤ ਹੈ। ਪਰ ਇਸ ਤੋਂ ਇਲਾਵਾ ਇਹ x a ਦੇ ਬਰਾਬਰ ਹੈ g ਸਮਾਪਤ ਨਹੀਂ ਹੁੰਦਾ, ਇਸ ਲਈ ਇਸ ਕੇਸ ਵਿੱਚ ਕੋਈ ਵੀ ਆਸਾਨੀ ਨਾਲ ਇਹ ਪ੍ਰੂਵ ਕਰ ਸਕਦਾ ਹੈ ਕਿ ਹੁਣ ਲਿਮਿਟ x ਤੋਂ a ਹੈ, ਇੱਥੇ ਕੋਈ ਲੈਫਟ ਜਾਂ ਰਾਈਟ ਕਨਸੈਪਟ ਨਹੀਂ ਹੈ, ਇਸ ਲਈ ਲਿਮਿਟ x goes to a f(x) ਓਵਰ g ਜੋ ਲਿਮਿਟ x goes to a f ਪ੍ਰਾਈਮ ਓਵਰ g ਪ੍ਰਾਈਮ x ਦੇ ਇਕੁਅਲ ਹੈ, ਬਸ਼ਰਤੇ ਕਿ ਰਾਈਟ ਹੈਂਡ ਸਾਈਡ ਦੀ ਲਿਮਿਟ ਐਗਜ਼ਿਸਟ ਹੋਵੇ। ਅਤੇ ਪ੍ਰੂਫ ਸਿਮਿਲਰ ਹੀ ਹੈ ਜੋ ਅਸੀਂ ਪਹਿਲਾਂ ਕਰ ਚੁੱਕੇ ਹਾਂ, ਕਿਉਂਕਿ ਹੁਣ ਅਸੀਂ ਇੱਥੇ ਇਸ ਵਿੱਚ ਦੋ ਇੰਟਰਵਲ ਨੂੰ ਇਸ I ਵਿੱਚ ਕੰਸੀਡਰ ਕਰ ਸਕਦੇ ਹਾਂ, ਇਸ ਲਈ a ਤੋਂ x ਜਦੋਂ x ਅਤੇ x ਨੂੰ a ਤੋਂ ਵੱਡਾ ਲੈ ਰਹੇ ਹਾਂ, ਅਤੇ ਅਸੀਂ ਇੱਕ ਹੋਰ ਇੰਟਰਵਲ x to a ਨੂੰ ਵੀ ਕੰਸੀਡਰ ਕਰ ਸਕਦੇ ਹਾਂ ਜਦੋਂ x a ਤੋਂ ਛੋਟਾ ਹੁੰਦਾ ਹੈ, ਤਾਂ ਇਹਨਾਂ ਦੋ ਇੰਟਰਵਲਾਂ ਵਿੱਚ ਅਸੀਂ ਪਿਛਲੇ ਨਤੀਜਿਆਂ ਨੂੰ ਲਾਗੂ ਕਰਾਂਗੇ ਜੋ ਉੱਥੇ ਇਸਟੈਬਲਿਸ਼ ਕਰੇਗਾ ਕਿ x goes to a ਪਲਸ a ਕੇਸ ਇਕੁਅਲ ਹੈ ਲਿਮਿਟ x goes to a ਪਲਸ। ਅਤੇ ਫਿਰ ਜਦੋਂ ਅਸੀਂ ਉਸ ਨਤੀਜੇ ਨੂੰ ਇਸ ਇੰਟਰਵਲ ਤੇ ਲਾਗੂ ਕਰਦੇ ਹਾਂ ਅਤੇ ਅਸੀਂ ਪ੍ਰਾਪਤ ਕਰਾਂਗੇ ਕਿ ਦੋਵੇਂ ਲਿਮਿਟ ਦੀ ਨੈਗੇਟਿਵ ਸਾਈਡ ਤੋਂ x a ਤੇ ਜਾਂਦਾ ਹੈ। ਸੱਜੇ ਪਾਸੇ ਤੋਂ ਅਤੇ ਖੱਬੇ ਪਾਸੇ ਤੋਂ ਅਸੀਂ ਉਹੀ ਨਤੀਜਾ ਪ੍ਰਾਪਤ ਕਰਾਂਗੇ ਜੋ ਇਹ ਸਿੱਟਾ ਕੱਢੇਗਾ ਕਿ ਲਿਮਿਟ x goes to a f(x) ਜਾਂ gx ਇਕੁਅਲ ਹੈ ਲਿਮਿਟ x goes to a f(x) ਓਵਰ f ਪ੍ਰਾਈਮ ਓਵਰ g ਪ੍ਰਾਈਮ। ਇੱਕ ਹੋਰ ਮਹੱਤਵਪੂਰਨ ਰਿਮਾਰਕ ਇਸ ਲਈ ਇਸ ਐਲ ਹੌਸਪਿਟਲ ਦਾ ਰੂਲ ਉਸ ਕੇਸ ਲਈ ਵੀ ਲਾਗੂ ਹੁੰਦਾ ਹੈ ਜਦੋਂ ਫੰਕਸ਼ਨ f ਅਤੇ g ਨੂੰ x ਇਕੁਅਲ a ਤੇ ਪਰਿਭਾਸ਼ਿਤ ਨਹੀਂ ਕੀਤਾ ਜਾਂਦਾ, ਜੋ ਅਸੀਂ ਪਿਛਲੇ ਦੋ ਨਤੀਜਿਆਂ ਵਿੱਚ ਲਿਆ ਹੈ ਕਿ f a ਸਿਫਰ ਹੈ ਅਤੇ g a ਸਿਫਰ ਹੈ, ਇਸ ਲਈ ਉਹ ਉਸ ਪੁਆਇੰਟ ਤੇ ਫੰਕਸ਼ਨ ਦੀ ਵੈਲਿਊ ਸਿਫਰ ਸੀ। ਪਰ ਉਹੀ ਰੂਲ ਲਾਗੂ ਕੀਤਾ ਜਾ ਸਕਦਾ ਹੈ ਜੇ ਉਦਾਹਰਣ ਵਜੋਂ ਫੰਕਸ਼ਨ ਇਹ ਦੋ ਫੰਕਸ਼ਨ ਬਿਲਕੁਲ a ਤੇ ਪਰਿਭਾਸ਼ਿਤ ਨਹੀਂ ਕੀਤੇ ਗਏ ਹਨ ਪਰ ਉਹਨਾਂ ਦੀਆਂ ਲਿਮਿਟ 0 ਹਨ, ਇਸ ਲਈ ਲਿਮਿਟ x goes to a 0 ਹੈ ਅਤੇ gx ਦੀ ਲਿਮਿਟ x goes to a 0 ਹੈ। ਇਸ ਕੇਸ ਵਿੱਚ ਵੀ ਅਸੀਂ ਉਹੀ ਨਤੀਜਾ ਲਾਗੂ ਕਰ ਸਕਦੇ ਹਾਂ ਜੋ ਅਸੀਂ ਪਹਿਲਾਂ ਇਸਟੈਬਲਿਸ਼ ਕੀਤਾ ਸੀ। ਹੋਰ ਰਿਮਾਰਕ, ਜੇ ਸਾਨੂੰ ਅਹਿਸਾਸ ਹੁੰਦਾ ਹੈ ਕਿ a ਤੇ ਪਹਿਲੇ ਡੈਰੀਵੇਟਿਵ ਵੀ ਸਿਫਰ ਹਨ ਅਤੇ ਡੈਰੀਵੇਟਿਵ f ਪ੍ਰਾਈਮ ਅਤੇ g ਪ੍ਰਾਈਮ ਉਹ ਕੰਡੀਸ਼ਨਸ ਪੂਰੀਆਂ ਕਰਦੇ ਹਨ ਜੋ ਪਹਿਲਾਂ ਲਗਾਈਆਂ ਗਈਆਂ ਸਨ। ਫੰਕਸ਼ਨ f ਅਤੇ g ਤੇ ਮੁੱਖ ਤੌਰ ਤੇ ਕੰਟੀਨਿਊਟੀ ਡਿਫਰੈਂਸ਼ੀਏਬਿਲਿਟੀ, ਫਿਰ ਇਸ ਅਨੁਪਾਤ ਤੇ ਐਲ ਹੌਸਪਿਟਲ ਦੇ ਰੂਲ ਨੂੰ ਲਾਗੂ ਕਰਨਾ ਤਾਂ ਜੋ ਅਸੀਂ ਇਹ ਕਰ ਸਕੀਏ ਕਿ ਅਸੀਂ ਐਲ ਹੌਸਪਿਟਲ ਦੇ ਰੂਲ ਨੂੰ ਇਸ f ਪ੍ਰਾਈਮ ਓਵਰ g ਪ੍ਰਾਈਮ ਤੇ ਦੁਬਾਰਾ ਲਾਗੂ ਕਰ ਸਕਦੇ ਹਾਂ ਕਿਉਂਕਿ ਸਿਮਿਲਰ ਸਥਿਤੀਆਂ ਹੁਣ ਹੋ ਰਹੀਆਂ ਹਨ f ਪ੍ਰਾਈਮ ਅਤੇ g ਪ੍ਰਾਈਮ ਲਈ ਕਿਉਂਕਿ ਦੋਵੇਂ ਸਿਫਰ ਹਨ ਅਤੇ ਫਿਰ ਰੂਲ ਕਹਿੰਦਾ ਹੈ ਕਿ ਇੱਥੇ f ਪ੍ਰਾਈਮ g ਪ੍ਰਾਈਮ ਦੀ ਇਹ ਲਿਮਿਟ f ਅਤੇ g ਦੇ ਡਬਲ ਡੈਰੀਵੇਟਿਵਜ਼ ਦੇ ਅਨੁਪਾਤ ਦੇ ਡਬਲ ਡੈਰੀਵੇਟਿਵਜ਼ ਦੇ ਇਕੁਅਲ ਹੋਵੇਗੀ, ਜਿਵੇਂ x goes to a। ਇਸ ਲਈ ਇਹ ਫਿਰ ਤੋਂ ਵਧੇਰੇ ਜਨਰਲਾਈਜ਼ਡ ਫਾਰਮ ਹੈ ਕਿ f ਓਵਰ g ਦੀ ਇਹ ਲਿਮਿਟ ਅਸੀਂ f ਪ੍ਰਾਈਮ g ਪ੍ਰਾਈਮ ਦੇ ਅਨੁਪਾਤ ਦੀ ਲਿਮਿਟ ਦੁਆਰਾ ਮੁਲਾਂਕਣ ਕਰ ਸਕਦੇ ਹਾਂ, ਪਰ ਜੇ ਇਹ ਦੋਵੇਂ f ਪ੍ਰਾਈਮ ਅਤੇ g ਪ੍ਰਾਈਮ ਸਿਫਰ ਹੋ ਜਾਂਦੇ ਹਨ ਕਿਉਂਕਿ x goes to a ਜਾਂ x a ਦੇ ਇਕੁਅਲ ਹੁੰਦਾ ਹੈ ਤਾਂ ਅਸੀਂ ਦੁਬਾਰਾ ਐਲ ਹੌਸਪਿਟਲ ਦੇ ਰੂਲ ਨੂੰ ਲਾਗੂ ਕਰ ਸਕਦੇ ਹਾਂ, ਇਸ ਲਈ ਉਹੀ ਲਿਮਿਟ f ਦੀ ਲਿਮਿਟ ਦੇ ਇਕੁਅਲ ਹੋਵੇਗੀ। ਦੂਜਾ ਡੈਰੀਵੇਟਿਵ ਜਿਸ ਨੂੰ g ਨਾਲ ਡਿਵਾਈਡ ਕੀਤਾ ਜਾਂਦਾ ਹੈ, ਦੂਜਾ ਡੈਰੀਵੇਟਿਵ ਜਿਵੇਂ x goes to a, ਜਾਂ ਅਸੀਂ ਅੱਗੇ ਕੰਟੀਨਿਊ ਰੱਖ ਸਕਦੇ ਹਾਂ ਜੇ ਉਦਾਹਰਣ ਦੇ ਲਈ f ਪ੍ਰਾਈਮ
ਮਾਫ਼ ਕਰਨਾ f ਡਬਲ ਪ੍ਰਾਈਮ ਇੱਥੇ ਇਸ ਲਈ f ਦਾ ਡਬਲ ਡੈਰੀਵੇਟਿਵ x ਇਕੁਅਲ ਟੂ a ਤੇ ਸਮਾਪਤ ਹੋ ਜਾਂਦਾ ਹੈ ਅਤੇ ਇਹ g ਦਾ ਡਬਲ ਡੈਰੀਵੇਟਿਵ ਵੀ x ਇਕੁਅਲ ਟੂ a ਤੇ ਸਮਾਪਤ ਹੋ ਜਾਂਦਾ ਹੈ। ਇਸ ਲਈ ਅਸੀਂ ਇਸ ਐਲ ਹੌਸਪਿਟਲ ਦੇ ਰੂਲ ਨੂੰ ਇਕੱਠੇ ਲਾਗੂ ਕਰ ਸਕਦੇ ਹਾਂ। ਇਸ f ਡਬਲ ਡੈਰੀਵੇਟਿਵ ਦੀ ਲਿਮਿਟ ਨੂੰ g ਡਬਲ ਡੈਰੀਵੇਟਿਵ ਦੁਆਰਾ ਡਿਵਾਈਡ ਕੀਤਾ ਜਾਂਦਾ ਹੈ। ਇਸ ਲਈ ਇੱਕ ਐਲ ਹੌਸਪਿਟਲ ਦਾ ਰੂਲ ਇੱਥੇ ਇੱਕ ਹੋਰ ਜਨਰਲਾਈਜੇਸ਼ਨ ਤੇ ਵੀ ਲਾਗੂ ਹੁੰਦਾ ਹੈ ਕਿ ਇਹ ਜ਼ਰੂਰੀ ਨਹੀਂ ਕਿ x goes to a। ਅਸੀਂ ਸਿਰਫ ਇਸ ਗੱਲ ਤੇ ਚਰਚਾ ਕੀਤੀ ਹੈ ਕਿ x goes to a ਕੋਈ ਫਾਈਨਾਈਟ ਨੰਬਰ ਸੀ, ਪਰ ਕੋਈ ਇਸ ਨਤੀਜੇ ਨੂੰ ਲਾਗੂ ਵੀ ਕਰ ਸਕਦਾ ਹੈ। ਜਦੋਂ ਲਿਮਿਟ x goes to plus infinity ਜਾਂ x goes to minus infinity ਤਾਂ ਇਹ ਇੱਕ ਬਹੁਤ ਹੀ ਜਨਰਲ ਰੂਲ ਹੈ ਜਿਸ ਨੂੰ ਅਸੀਂ ਇੱਥੇ ਪ੍ਰੂਵ ਨਹੀਂ ਕਰ ਰਹੇ ਹਾਂ। ਉਦਾਹਰਣ ਵਜੋਂ ਇਹ ਇਨਫਿਨਿਟੀ ਕੇਸ, ਪਰ ਕੋਈ ਵੀ ਐਲ ਹੌਸਪਿਟਲ ਦੇ ਰੂਲ ਨੂੰ ਉਹਨਾਂ ਤੇ ਵੀ ਲਾਗੂ ਕਰ ਸਕਦਾ ਹੈ। ਹੁਣ ਇਸ ਐਲ ਹੌਸਪਿਟਲ ਦੇ ਰੂਲ ਨੂੰ ਇਨਫਿਨਿਟੀ ਬਾਏ ਇਨਫਿਨਿਟੀ ਫਾਰਮ ਵਿੱਚ ਵਧਾਉਣਾ। ਇਸ ਲਈ ਮੰਨ ਲਓ ਕਿ ਇਹ f x goes to infinity ਅਤੇ g x goes to infinity x goes to a, ਜਾਂ ਪਿਛਲੇ ਕੇਸ ਦੀ ਤਰ੍ਹਾਂ x goes to plus minus infinity। ਪਰ ਹੁਣ ਸਾਡੇ ਜੋ ਅੰਤਰ ਹਨ ਉਸ ਦੀ ਬਜਾਏ f x goes to 0 g x goes to 0, ਉਹ ਦੋਵੇਂ ਇਨਫਿਨਿਟੀ ਵੱਲ ਜਾ ਰਹੇ ਹਨ ਅਤੇ ਇਸ ਕੇਸ ਵਿੱਚ ਸਾਡੇ ਕੋਲ ਵੀ ਇਹੀ ਰੂਲ ਹੈ ਕਿ ਇਹਨਾਂ ਦੋ ਫੰਕਸ਼ਨਾਂ ਦੇ ਅਨੁਪਾਤ ਦੀ ਇਹ ਲਿਮਿਟ ਉਹਨਾਂ ਦੇ ਡੈਰੀਵੇਟਿਵਜ਼ ਦੇ ਅਨੁਪਾਤ ਦੀ ਲਿਮਿਟ ਹੋਵੇਗੀ। ਜਦੋਂ ਇਹ f x ਅਤੇ g x goes to 0, ਤਾਂ ਇਹ ਰਾਈਟ ਦਿੱਤਾ ਜਾਂਦਾ ਹੈ ਕਿ ਇੱਥੇ ਰਾਈਟ ਹੈਂਡ ਸਾਈਡ ਲਿਮਿਟ ਮੌਜੂਦ ਹੈ। ਇਸ ਲਈ ਲਿਮਿਟ f ਪ੍ਰਾਈਮ ਓਵਰ g ਪ੍ਰਾਈਮ ਐਗਜ਼ਿਸਟ ਕਰਦੀ ਹੈ। ਇਸ ਲਈ ਜੇ ਅਸੀਂ ਉਹਨਾਂ ਨੂੰ ਸ਼ਾਮਿਲ ਕਰੀਏ ਤਾਂ ਹੁਣ ਜਨਰਲ ਰੂਲ ਕੀ ਹੈ? ਉਹ ਸਾਰੇ ਨਤੀਜੇ ਜਿਨ੍ਹਾਂ ਬਾਰੇ ਅਸੀਂ ਹੁਣ ਤੱਕ ਚਰਚਾ ਕੀਤੀ ਹੈ ਕਿ ਉਹ ਦੋ ਹਨ, ਉਹ ਦੋ ਫਾਰਮ ਹੋ ਸਕਦੇ ਹਨ। ਇਸ ਲਈ ਜਾਂ ਤਾਂ 0 ਬਾਏ 0 ਫਾਰਮ ਜਾਂ ਇਨਫਿਨਿਟੀ ਬਾਏ ਇਨਫਿਨਿਟੀ ਫਾਰਮ। ਕਿਸੇ ਵੀ ਕੇਸ ਵਿੱਚ, ਚਾਹੇ x goes to a ਜਾਂ x goes to plus minus infinity, ਦੋ ਫੰਕਸ਼ਨਾਂ ਦੇ ਅਨੁਪਾਤ ਦੀ ਲਿਮਿਟ ਉਹਨਾਂ ਦੇ ਡੈਰੀਵੇਟਿਵਜ਼ ਦੇ ਅਨੁਪਾਤ ਦੀ ਲਿਮਿਟ ਦੇ ਇਕੁਅਲ ਹੋਵੇਗੀ। ਇਸ ਲਈ ਇਹ ਇੱਕ ਹੋਰ ਮਹੱਤਵਪੂਰਨ ਰਿਮਾਰਕ ਹੈ ਜਿਸ ਦਾ ਮੈਂ ਪਹਿਲਾਂ ਜ਼ਿਕਰ ਕੀਤਾ ਹੈ। ਇਸ ਲਈ ਜੇ ਇਹ ਲਿਮਿਟ ਇੱਥੇ ਐਗਜ਼ਿਸਟ ਨਹੀਂ ਹੈ, ਜੇ ਡੈਰੀਵੇਟਿਵਜ਼ ਦੀ ਲਿਮਿਟ ਮੌਜੂਦ ਨਹੀਂ ਹੈ, ਤਾਂ ਇਸ ਦਾ ਇਹ ਮਤਲਬ ਨਹੀਂ ਹੈ ਕਿ f ਡਿਵਾਈਡਡ ਬਾਏ g ਦੀ ਲਿਮਿਟ ਮੌਜੂਦ ਨਹੀਂ ਹੈ, ਜਿਸ ਨੂੰ ਅਸੀਂ ਆਸਾਨ ਉਦਾਹਰਣ ਦੁਆਰਾ ਵੇਖ ਸਕਦੇ ਹਾਂ। ਇਸ ਲਈ ਜੇ ਅਸੀਂ ਇਸ ਲਿਮਿਟ x goes to infinity x plus 1 ਨੂੰ x ਨਾਲ ਡਿਵਾਈਡ ਕਰਕੇ ਕੰਸੀਡਰ ਕਰਦੇ ਹਾਂ, ਇਸ ਕੇਸ ਵਿੱਚ ਕੀ ਹੋ ਰਿਹਾ ਹੈ? ਜੇ ਅਸੀਂ ਸਿਰਫ ਵੇਖਦੇ ਹਾਂ ਕਿ ਇੱਥੇ ਫਾਰਮ ਕੀ ਹੈ ਤਾਂ x goes to infinity ਪਲਸ ਇੱਥੇ ਕੁਝ ਫਾਈਨਾਈਟ ਹੁੰਦਾ ਹੈ। ਇਸ ਲਈ ਨਿਊਮਰੇਟਰ ਇਨਫਿਨਿਟੀ ਹੁੰਦਾ ਹੈ ਅਤੇ x goes to infinity ਵਿੱਚ ਦੁਬਾਰਾ ਡਿਵਾਈਡ ਕੀਤਾ ਜਾਂਦਾ ਹੈ। ਇਸ ਲਈ ਸਾਡੇ ਕੋਲ ਇਨਫਿਨਿਟੀ ਬਾਏ ਇਨਫਿਨਿਟੀ ਫਾਰਮ ਹੈ। ਅਤੇ ਇਸ ਕੇਸ ਵਿੱਚ, ਜੇ ਅਸੀਂ ਸਿਰਫ ਐਲ ਹੌਸਪਿਟਲ ਦੇ ਰੂਲ ਨੂੰ ਲਾਗੂ ਕਰਦੇ ਹਾਂ ਤਾਂ ਕੀ ਹੋਵੇਗਾ? ਇਸ ਲਈ ਇੱਥੇ ਜੇ ਅਸੀਂ ਨਿਊਮਰੇਟਰ ਦੇ ਡੈਰੀਵੇਟਿਵ ਨੂੰ ਲੈ ਲਵਾਂਗੇ ਤਾਂ ਇਹ 1 ਪਲਸ sin x cos x ਬਣ ਜਾਵੇਗਾ ਅਤੇ ਇਸ x ਦਾ ਡੈਰੀਵੇਟਿਵ 1 ਹੈ ਅਤੇ ਲਿਮਿਟ x goes to infinity। ਇਸ ਲਈ ਇੱਥੇ ਲਿਮਿਟ x goes to infinity 1 ਪਲਸ cos x ਹੈ, ਕਿਉਂਕਿ ਇਹ cos x ਜਦੋਂ x goes to infinity ਜੋ ਪਰਿਭਾਸ਼ਿਤ ਨਹੀਂ ਹੈ। ਇਸ ਲਈ ਅਸਲ ਵਿੱਚ ਇਹ ਲਿਮਿਟ ਇੱਥੇ 1 ਪਲਸ cos x ਅਤੇ ਜਿਵੇਂ ਕਿ x goes to infinity ਜੋ ਪਰਿਭਾਸ਼ਿਤ ਨਹੀਂ ਕੀਤੀ ਹੁੰਦੀ, ਇਸ ਲਈ ਇਹ ਲਿਮਿਟ ਐਗਜ਼ਿਸਟ ਨਹੀਂ ਕਰਦੀ ਹੈ। ਪਰ ਜੇ ਅਸੀਂ ਇਸ ਦਾ ਮੁਲਾਂਕਣ ਕੁਝ ਹੋਰ ਤਰੀਕਿਆਂ ਨਾਲ ਕਰਦੇ ਹਾਂ, ਜਿਵੇਂ ਕਿ x goes to infinity x plus sin x ਅਤੇ ਅਸੀਂ ਇਸ ਨੂੰ 1 plus sin x over x ਦੇ ਰੂਪ ਵਿੱਚ ਦੁਬਾਰਾ ਲਿਖਦੇ ਹਾਂ। ਇਸ ਲਈ ਅਸੀਂ ਇਸ x ਨੂੰ ਇੱਥੇ x ਨਾਲ ਡਿਵਾਈਡ ਕਰਦੇ ਹਾਂ ਅਤੇ ਫਿਰ sin x ਅਤੇ ਇਸ ਨੂੰ ਵੱਖਰਾ ਕਰਦੇ ਹਾਂ। ਇਸ ਲਈ ਸਾਡੇ ਕੋਲ x over x plus sin x over x ਹੈ। ਇਸ ਦਾ ਅਰਥ ਹੈ ਕਿ ਇਹ 1 plus sin x over x ਹੈ। ਅਤੇ ਹੁਣ, ਅਸੀਂ ਇਸ ਲਿਮਿਟ ਦਾ ਸਿੱਧਾ ਮੁਲਾਂਕਣ ਕਰ ਸਕਦੇ ਹਾਂ। ਇਸ ਲਈ 1 plus ਇਹ sin x over x। ਇਸ ਲਈ ਜਦੋਂ x goes to infinity ਤਾਂ ਇਹ x ਇੱਥੇ ਇਨਫਿਨਿਟੀ ਤੇ ਜਾਂਦਾ ਹੈ ਅਤੇ ਇਹ sin x ਕੁਝ ਫਾਈਨਾਈਟ ਹੈ ਅਤੇ ਇਨਫਿਨਿਟੀ ਦੁਆਰਾ ਡਿਵਾਈਡ ਕਰਕੇ ਇਹ 0 ਤੇ ਜਾਏਗਾ। ਇਸ ਲਈ ਇੱਥੇ ਦੂਜਾ ਹਿੱਸਾ sin x over x ਜਿਵੇਂ ਕਿ x goes to infinity 0 ਤੇ ਜਾਵੇਗਾ। ਇਸ ਲਈ ਸਾਡੇ ਕੋਲ 1 plus 0 ਦਾ ਮਤਲਬ ਹੈ ਕਿ ਇਹ ਲਿਮਿਟ 1 ਹੈ। ਇਸ ਲਈ ਜੇਕਰ ਅਸੀਂ ਇੱਥੇ ਐਲ ਹੌਸਪਿਟਲ ਦੇ ਰੂਲ ਨੂੰ ਲਾਗੂ ਕਰਕੇ ਸਿੱਟਾ ਕੱਢਦੇ ਹਾਂ ਕਿਉਂਕਿ ਇਹ ਲਿਮਿਟ ਮੌਜੂਦ ਨਹੀਂ ਹੈ, ਤਾਂ ਅਸੀਂ ਦਾਅਵਾ ਕਰ ਸਕਦੇ ਸੀ ਕਿ ਲਿਮਿਟ x goes to infinity x plus sin x over x ਮੌਜੂਦ ਨਹੀਂ ਹੈ। ਪਰ ਇਹ ਇੱਕ ਗਲਤ ਸਿੱਟਾ ਹੁੰਦਾ ਹੈ ਤਾਂ ਰੂਲ ਵਿੱਚ ਹਰ ਟਾਈਮ ਇਹੀ ਹੁੰਦਾ ਹੈ ਜੋ ਅਸੀਂ ਲਿਖਿਆ ਹੈ ਕਿ ਬਸ਼ਰਤੇ ਡੈਰੀਵੇਟਿਵ ਦੇ ਅਨੁਪਾਤ ਦੀ ਸੀਮਾ ਐਗਜ਼ਿਸਟ ਹੋਵੇ ਤਾਂ ਇਹ ਬਹੁਤ ਮਹੱਤਵਪੂਰਨ ਹੈ। ਹੁਣ ਇੱਥੇ ਇੱਕ ਉਦਾਹਰਣ ਦੇਖਦੇ ਹਾਂ।
ਇਸ ਅਲਫਾ ਬੀਟਾ ਨੂੰ R ਵਿੱਚ ਲਓ ਤਾਂ ਜੋ ਉਹ ਰੀਅਲ ਨੰਬਰ ਹੋਣ, ਅਤੇ ਸਾਡੇ ਕੋਲ ਇਹ f(x) ਅਲਫਾ tan x ਪਲਸ ਬੀਟਾ sin x ਓਵਰ x ਕਿਊਬ ਦੇ ਇਕੁਅਲ ਹੈ। ਜਦੋਂ x 1 ਦੇ ਬਰਾਬਰ ਨਹੀਂ ਹੁੰਦਾ ਅਤੇ ਵੈਲਿਊ x ਤੇ 1 ਹੈ ਜੋ 0 ਦੇ ਇਕੁਅਲ ਹੈ। ਇਸ ਕੇਸ ਵਿੱਚ ਅਸੀਂ ਇਹ ਪਤਾ ਲਗਾਉਣਾ ਚਾਹੁੰਦੇ ਹਾਂ ਕਿ ਅਲਫਾ ਅਤੇ ਬੀਟਾ ਦੀਆਂ ਕਿਹੜੀਆਂ ਵੈਲਿਊਜ਼ ਲਈ ਫੰਕਸ਼ਨ f ਕੰਟੀਨਿਊਅਸ ਹਨ। ਇਸ ਲਈ ਫੰਕਸ਼ਨ f ਇੰਟਰਵਲ ਵਿੱਚ ਕੰਟੀਨਿਊਅਸ ਹੈ -π/2 π/2। ਇਸ ਲਈ ਹੁਣ ਕੰਟੀਨਿਊਇਟੀ ਲਈ ਸਾਨੂੰ ਇਸ ਫੰਕਸ਼ਨ ਦੀ ਕੰਟੀਨਿਊਇਟੀ ਲਈ ਕੀ ਚਾਹੀਦਾ ਹੈ? ਇਸ ਅਲਫਾ tan x ਪਲਸ ਅਲਫਾ sin x ਓਵਰ x ਕਿਊਬ ਦੀ ਲਿਮਿਟ 1 ਹੋਣੀ ਚਾਹੀਦੀ ਹੈ ਕਿਉਂਕਿ x 0 ਦੇ ਇਕੁਅਲ ਹੈ। ਫੰਕਸ਼ਨ ਨੂੰ 1 ਦੇ ਰੂਪ ਵਿੱਚ ਪਰਿਭਾਸ਼ਿਤ ਕੀਤਾ ਗਿਆ ਹੈ। ਇਸ ਲਈ ਬਾਕੀ ਹਰ ਜਗ੍ਹਾ ਜਦੋਂ ਫੰਕਸ਼ਨ ਕੰਟੀਨਿਊਅਸ ਹੁੰਦਾ ਹੈ ਤਾਂ ਇੱਕ ਸਮੱਸਿਆ x ਜੋ ਕਿ 0 ਦੇ ਇਕੁਅਲ ਹੈ ਤੇ ਹੁੰਦੀ ਹੈ। ਇੱਥੇ x 0 ਦੇ ਇਕੁਅਲ ਨਹੀਂ ਦੇ ਲਈ ਸਾਡੇ ਕੋਲ ਇਹ ਵਧੀਆ ਫੰਕਸ਼ਨ -π/2 π tan ਤੇ ਪਰਿਭਾਸ਼ਿਤ ਕੀਤਾ ਗਿਆ ਹੈ। ਇਸ ਲਈ ਇਹ ਕੰਟੀਨਿਊਅਸ sin ਕੰਟੀਨਿਊਅਸ x ਕਿਊਬ ਕੰਟੀਨਿਊਅਸ ਹੈ। ਇਸ ਲਈ ਫੰਕਸ਼ਨ ਕੰਟੀਨਿਊਅਸ ਹੈ। ਇਹ ਸਿਰਫ ਸਮੱਸਿਆ x ਦੇ 0 ਦੇ ਇਕੁਅਲ ਹੋਣ ਤੇ ਆ ਸਕਦੀ ਹੈ। ਅਸੀਂ ਹੁਣ ਇੱਥੇ ਇਹ ਨਿਰਧਾਰਿਤ ਕਰ ਰਹੇ ਹਾਂ ਕਿ ਜੇ ਇਹ ਲਿਮਿਟ x goes to 0 ਅਲਫਾ tan x ਪਲਸ ਬੀਟਾ sin x ਓਵਰ x ਕਿਊਬ 1 ਦੇ ਇਕੁਅਲ ਹੋ ਜਾਂਦੀ ਹੈ ਤਾਂ ਇਹ ਫੰਕਸ਼ਨ ਕੰਟੀਨਿਊਅਸ ਹੋ ਜਾਵੇਗਾ। ਇਸ ਕੰਡੀਸ਼ਨ ਤੋਂ ਅਸੀਂ ਅਲਫਾ ਅਤੇ ਬੀਟਾ ਨੂੰ ਕੰਪਿਊਟ ਕਰਾਂਗੇ ਤਾਂ ਕਿ ਅਲਫਾ ਅਤੇ ਬੀਟਾ ਦੀ ਕਿਹੜੀ ਵੈਲਿਊ ਲਈ ਇਹ ਐਕਸਪ੍ਰੈਸ਼ਨ ਇੱਥੇ ਜਾਂ ਇਹ ਲਿਮਿਟ ਇੱਥੇ 1 ਦੇ ਇਕੁਅਲ ਹੈ। ਆਓ ਹੁਣ ਅਸੀਂ ਇਸ ਲਿਮਿਟ ਨੂੰ ਕੰਪਿਊਟ ਕਰੀਏ ਅਲਫਾ tan x ਪਲਸ ਬੀਟਾ sin x ਓਵਰ x ਕਿਊਬ। ਇਸ ਲਈ ਜਦੋਂ ਅਸੀਂ x goes to 0 ਲੈਂਦੇ ਹਾਂ tan 0 0 ਹੈ, sin 0 0 ਹੈ ਅਤੇ x ਕਿਊਬ ਵੀ 0 ਹੈ। ਸਾਡੇ ਕੋਲ ਅਸਲ ਵਿੱਚ 0/0 ਫਾਰਮ ਹੈ। ਇਸ ਲਈ ਆਓ ਇਸ ਐਕਸਪ੍ਰੈਸ਼ਨ ਤੇ ਐਲ ਹੌਸਪਿਟਲ ਦੇ ਰੂਲ ਨੂੰ ਲਾਗੂ ਕਰੀਏ। ਜੇ ਅਸੀਂ ਐਲ ਹੌਸਪਿਟਲ ਦੇ ਰੂਲ ਨੂੰ ਲਾਗੂ ਕਰਦੇ ਹਾਂ ਅਲਫਾ ਅਤੇ tan x sec ਸਕੁਏਅਰ x ਪਲਸ ਬੀਟਾ sin x cos x ਬਣ ਜਾਣਗੇ ਅਤੇ 3x ਸਕੁਏਅਰ ਨਾਲ ਡਿਵਾਈਡ ਕੀਤਾ ਜਾਵੇਗਾ। ਇਸ ਲਈ x ਸਕੁਏਅਰ x ਕਿਊਬ ਜਦੋਂ ਅਸੀਂ ਡੈਰੀਵੇਟਿਵ ਲੈਂਦੇ ਹਾਂ ਤਾਂ 3x ਸਕੁਏਅਰ ਬਣ ਜਾਵੇਗਾ ਅਤੇ ਅਸੀਂ ਇੱਥੇ ਲਿਮਿਟ x goes to 0 ਲੈਂਦੇ ਹਾਂ। ਹੁਣ ਜੇ ਤੁਹਾਨੂੰ ਲੱਗਦਾ ਹੈ ਕਿ ਇਸ ਫੰਕਸ਼ਨ ਨਾਲ ਹੁਣ ਕੀ ਹੋ ਰਿਹਾ ਹੈ, ਇਸ ਲਈ ਸਾਡੇ ਕੋਲ ਅਲਫਾ ਹੈ ਅਤੇ ਫਿਰ x goes to 0 ਹੈ। ਇਹ sec x ਜੋ 1 ਹੈ। ਇਸ ਲਈ ਤੁਹਾਡੇ ਕੋਲ ਅਲਫਾ ਪਲਸ ਬੀਟਾ cos 0 ਵੀ 1 ਹੈ। ਇਸ ਲਈ ਸਾਡੇ ਕੋਲ ਅਲਫਾ ਪਲਸ ਬੀਟਾ ਡਿਵਾਈਡਡ ਬਾਏ 3x ਸਕੁਏਅਰ ਹੈ ਅਤੇ ਫਿਰ x goes to 0 ਹੈ। ਇਸ ਲਈ ਇੱਥੇ ਅਸੀਂ ਇਹ 3x ਸਕੁਏਅਰ ਪ੍ਰਾਪਤ ਕਰ ਰਹੇ ਹਾਂ 0 ਤੇ ਜਾ ਰਹੇ ਹਾਂ। ਇਸ ਲਈ ਸਾਡੇ ਕੋਲ ਅਲਫਾ ਪਲਸ ਬੀਟਾ ਨੂੰ ਕਿਸੇ ਨੰਬਰ ਨਾਲ ਡਿਵਾਈਡ ਕੀਤਾ ਗਿਆ ਹੈ ਜੋ 0 ਤੇ ਜਾ ਰਿਹਾ ਹੈ। ਹੁਣ ਅੱਗੇ ਵਧਣ ਜਾਂ ਇਸ ਲਿਮਿਟ ਨੂੰ 1 ਰੱਖਣ ਦੀ ਇੱਕੋ ਇੱਕ ਸੰਭਾਵਨਾ ਹੈ ਜਦੋਂ ਅਲਫਾ ਪਲਸ ਬੀਟਾ 0 ਦੇ ਇਕੁਅਲ ਹੋਵੇਗਾ ਕਿਉਂਕਿ ਫਿਰ ਸਾਨੂੰ 0/0 ਫਾਰਮ ਮਿਲੇਗੀ ਅਤੇ ਅਸੀਂ ਐਲ ਹੌਸਪਿਟਲ ਦੇ ਰੂਲ ਨੂੰ ਅੱਗੇ ਲਾਗੂ ਕਰ ਸਕਦੇ ਹਾਂ। ਪਰ ਇਸ ਕੇਸ ਵਿੱਚ ਇਸ ਲਈ ਅਸੀਂ ਅੱਗੇ ਵਧਣ ਲਈ ਕੀ ਸੈੱਟ ਕਰ ਸਕਦੇ ਹਾਂ ਕਿ ਅਲਫਾ sin ਸਕੁਏਅਰ x ਪਲਸ ਬੀਟਾ cos x ਨੂੰ ਇਸ ਲਿਮਿਟ ਦੇ ਲਈ 3x ਸਕੁਏਅਰ ਨਾਲ ਡਿਵਾਈਡ ਕੀਤਾ ਜਾਵੇ। 1 ਦੇ ਰੂਪ ਵਿੱਚ ਅਸੀਂ ਉਸ ਅਲਫਾ ਪਲਸ ਬੀਟਾ ਨੂੰ 0 ਦੇ ਇਕੁਅਲ ਸੈੱਟ ਕਰ ਸਕਦੇ ਹਾਂ ਕਿਉਂਕਿ ਜਦੋਂ x goes to 0 ਫਿਰ ਅਸੀਂ ਅੱਗੇ ਵਧ ਸਕਦੇ ਹਾਂ ਅਤੇ ਦੁਬਾਰਾ ਐਲ ਹੌਸਪਿਟਲ ਦੇ ਰੂਲ ਨੂੰ ਲਾਗੂ ਕਰ ਸਕਦੇ ਹਾਂ। ਇਸ ਲਈ ਇਸ ਐਲ ਹੌਸਪਿਟਲ ਦੇ ਰੂਲ ਨੂੰ ਦੁਬਾਰਾ ਲਾਗੂ ਕਰਨਾ ਇਸ ਲਈ ਸਾਨੂੰ ਅਲਫਾ ਪਲਸ ਬੀਟਾ ਤੇ ਪਹਿਲਾਂ ਹੀ ਇੱਕ ਕੰਡੀਸ਼ਨ ਮਿਲੀ ਹੈ ਜੋ ਕਿ 0 ਦੇ ਇਕੁਅਲ ਹੈ ਅਤੇ ਹੁਣ ਜੇ ਅਸੀਂ ਦੁਬਾਰਾ ਲਾਗੂ ਕਰਦੇ ਹਾਂ ਤਾਂ ਇੱਥੇ sin ਸਕੁਏਅਰ 2 ਅਲਫਾ sin x ਤੇ ਅਲਫਾ ਦਾ ਡੈਰੀਵੇਟਿਵ ਇਸ ਲਈ 2 ਅਲਫਾ ਮਾਫ ਕਰਨਾ sec x ਅਤੇ sec x ਦਾ ਡੈਰੀਵੇਟਿਵ sec x tan x ਮਾਈਨਸ ਬੀਟਾ ਹੋਵੇਗਾ ਕਿਉਂਕਿ cos x ਤੁਹਾਨੂੰ ਮਾਈਨਸ sin x ਦੇਵੇਗਾ। ਇਸ ਲਈ ਇਸ ਨੂੰ ਮਾਈਨਸ ਬੀਟਾ sin x ਅਤੇ sec x ਨਾਲ ਡਿਵਾਈਡ ਹੋਵੇਗਾ। ਅਤੇ ਹੁਣ ਜੇ ਅਸੀਂ ਚੈੱਕ ਕਰਦੇ ਹਾਂ ਕਿ ਸਾਨੂੰ ਹੁਣ ਇੱਥੇ ਕਿਹੜਾ ਫਾਰਮ ਮਿਲ ਰਿਹਾ ਹੈ ਤਾਂ ਇਹ tan x ਇਸ ਨੂੰ 0 ਬਣਾ ਦੇਵੇਗਾ sin x 0 ਬਣਾ ਦੇਵੇਗਾ। ਇਸ ਲਈ ਅਸੀਂ ਨਿਊਮਰੇਟਰ ਵਿੱਚ 0 ਪ੍ਰਾਪਤ ਕਰ ਰਹੇ ਹਾਂ ਅਤੇ 6x ਨਾਲ ਵੰਡਿਆ ਜਾ ਰਿਹਾ ਹੈ ਜੋ ਕਿ ਇੱਕ tan 0 ਹੈ। ਇਸ ਲਈ ਅਸੀਂ 0/0 ਫਾਰਮ ਪ੍ਰਾਪਤ ਕਰ ਰਹੇ ਹਾਂ। ਇਸ ਲਈ ਅਸੀਂ ਇਸ ਐਕਸਪ੍ਰੈਸ਼ਨ ਤੇ ਇੱਕ ਵਾਰ ਫਿਰ ਐਲ ਹੌਸਪਿਟਲ ਦੇ ਰੂਲ ਨੂੰ ਲਾਗੂ ਕਰ ਸਕਦੇ ਹਾਂ। ਇੱਥੇ ਲਿਮਿਟ x goes to 0 ਇੱਥੇ ਸਾਡੇ ਕੋਲ ਇਹ sec ਸਕੁਏਅਰ x ਅਤੇ tan x ਹੈ। ਇਸ ਲਈ ਇਹ sec ਸਕੁਏਅਰ x 2 ਟਾਈਮਸ sec x tan x ਦੇਵੇਗਾ। ਫਿਰ ਇਹ 4 ਅਲਫਾ sec x tan x
ਬਣ ਜਾਂਦਾ ਹੈ ਅਤੇ tan x ਇਸੇ ਤਰ੍ਹਾਂ ਰਹਿੰਦਾ ਹੈ, ਪਲੱਸ ਇਹ 2 ਅਲਫਾ sec ਸਕੁਏਅਰ x, ਅਤੇ ਫਿਰ tan x, ਦੁਬਾਰਾ ਡੈਰੀਵੇਟਿਵ sec ਸਕੁਏਅਰ x, ਮਾਈਨਸ ਬੀਟਾ sin x cos x ਬਣ ਜਾਵੇਗਾ, ਅਤੇ ਇਹਨਾਂ ਨੂੰ 6 ਦੁਆਰਾ ਇੱਥੇ ਡਿਵਾਈਡ ਕੀਤਾ ਗਿਆ ਕਿਉਂਕਿ ਇਹ 6x ਅਤੇ 6 ਦੇ ਰੂਪ ਵਿੱਚ ਡੈਰੀਵੇਟਿਵ ਸੀ। ਹੁਣ ਜੇ ਅਸੀਂ ਦੁਬਾਰਾ ਚੈੱਕ ਕਰਦੇ ਹਾਂ, ਇੱਥੇ ਵੈਲਿਊ ਕੀ ਹੈ, ਇਸ ਲਈ ਇਹ sec x1 tan x 0 ਹੋਵੇਗੀ, ਇਸ ਲਈ ਇਹ ਐਕਸਪ੍ਰੈਸ਼ਨ 0 ਹੋ ਜਾਵੇਗਾ, ਅਤੇ ਫਿਰ ਇੱਥੇ ਜਦੋਂ x goes to 0 ਤਾਂ ਇਹ 2 ਅਲਫਾ ਵਰਗਾ ਹੁੰਦਾ ਹੈ, ਅਤੇ ਫਿਰ ਮਾਈਨਸ ਬੀਟਾ, ਇਸ ਲਈ ਨਿਊਮਰੇਟਰ ਵਿੱਚ ਸਾਨੂੰ ਮਿਲ ਰਿਹਾ ਹੈ 2 ਅਲਫਾ ਮਾਈਨਸ ਬੀਟਾ, ਅਤੇ ਡਿਵਾਈਡਡ ਬਾਏ 6, ਅਤੇ ਲਿਮਿਟ goes to x goes to 0, ਇਸ ਲਈ 2 ਅਲਫਾ ਮਾਈਨਸ ਬੀਟਾ ਬਾਏ 6। ਇਸ ਵੈਲਿਊ ਨੂੰ 1 ਪ੍ਰਾਪਤ ਕਰਨ ਲਈ ਸਾਨੂੰ ਇਸ ਨੂੰ 2 ਅਲਫਾ ਮਾਈਨਸ ਬੀਟਾ, ਜੋ 6 ਦੇ ਇਕੁਅਲ ਹੈ, ਨੂੰ ਸੈੱਟ ਕਰਨ ਦੀ ਜ਼ਰੂਰਤ ਹੈ। ਦੂਜੀ ਕੰਡੀਸ਼ਨ ਸਾਨੂੰ ਮਿਲੀ ਕਿ 2 ਅਲਫਾ ਮਾਈਨਸ ਬੀਟਾ 6 ਦੇ ਇਕੁਅਲ ਹੈ, ਇਸ ਲਈ ਜੇ ਅਸੀਂ ਇਹਨਾਂ ਦੋ ਇਕੁਏਸ਼ਨਾਂ ਨੂੰ ਹੱਲ ਕਰਦੇ ਹਾਂ ਤਾਂ ਅਲਫਾ ਪਲੱਸ ਬੀਟਾ 0 ਦੇ ਇਕੁਅਲ ਹੁੰਦਾ ਹੈ, ਅਤੇ 2 ਅਲਫਾ ਮਾਈਨਸ ਬੀਟਾ 6 ਦੇ ਇਕੁਅਲ ਹੈ, ਇਸ ਲਈ ਅਸੀਂ ਪ੍ਰਾਪਤ ਕਰਾਂਗੇ ਕਿ ਅਲਫਾ 2 ਦੇ ਇਕੁਅਲ ਹੈ ਅਤੇ ਬੀਟਾ ਮਾਈਨਸ 2 ਦੇ ਇਕੁਅਲ ਹੈ, ਇਸ ਲਈ ਅਲਫਾ ਅਤੇ ਬੀਟਾ ਦੀਆਂ ਇਹਨਾਂ ਵੈਲਿਊਜ਼ ਲਈ ਇਹ ਫੰਕਸ਼ਨ ਕੰਟੀਨਿਊਅਸ ਬਣ ਜਾਏਗਾ, ਜਾਂ ਕਿਸੇ ਹੋਰ ਤਰੀਕੇ ਨਾਲ ਇਹ ਲਿਮਿਟ ਇੱਥੇ ਅਲਫਾ tan x ਪਲੱਸ sin x ਓਵਰ x ਕਿਊਬ 1 ਬਣ ਜਾਵੇਗੀ, ਕਿਉਂਕਿ ਫੰਕਸ਼ਨ ਨੂੰ x ਤੇ 0 ਦੇ ਇਕੁਅਲ 1 ਵਜੋਂ ਪਰਿਭਾਸ਼ਿਤ ਕੀਤਾ ਗਿਆ ਸੀ। ਇਸ ਲਈ ਇਹ ਉਹ ਹਵਾਲੇ ਹਨ ਜਿਨ੍ਹਾਂ ਦੀ ਵਰਤੋਂ ਅਸੀਂ ਇਹਨਾਂ ਲੈਕਚਰਾਂ ਨੂੰ ਤਿਆਰ ਕਰਨ ਲਈ ਕੀਤੀ ਹੈ। ਇਸ ਲਈ ਪਿਸਕੂਨੋਵ ਦੁਆਰਾ ਡਿਫਰੈਂਸ਼ੀਅਲ ਇੰਟੀਗਰਲ ਕੈਲਕੂਲਸ, ਅਤੇ ਇਹ ਵੋਲਿਊਮ 1 ਹੈ, ਦ ਕ੍ਰੇਜ਼ਿਗ ਐਡਵਾਂਸਡ ਇੰਜੀਨੀਅਰਿੰਗ ਮੈਥਮੈਟਿਕਸ ਅਤੇ ਥਾਮਸ ਕੈਲਕੂਲਸ। ਇਸ ਲਈ ਅੱਜ ਅਸੀਂ ਇਹਨਾਂ ਇਨਡਿਟਰਮੀਨੇਟ ਫਾਰਮਸ ਬਾਰੇ ਕੀ ਜਾਣਿਆ ਹੈ। ਉਹ ਇਹ ਕਈ ਫਾਰਮ ਲੈ ਸਕਦੇ ਹਨ, ਜਿਵੇਂ ਕਿ 0 ਬਾਏ 0, ਇਨਫਿਨਿਟੀ ਬਾਏ ਇਨਫਿਨਿਟੀ, 0 ਇਨਟੂ ਇਨਫਿਨਿਟੀ, ਇਨਫਿਨਿਟੀ ਮਾਈਨਸ ਇਨਫਿਨਿਟੀ, 0 ਇਨਟੂ 0 ਪਾਵਰ 0, ਇਨਫਿਨਿਟੀ ਪਾਵਰ 0, 1 ਪਾਵਰ ਇਨਫਿਨਿਟੀ। ਇਸ ਲਈ ਅਸੀਂ ਅੱਜ ਪੜ੍ਹਿਆ ਹੈ ਕਿ ਅਜਿਹੀਆਂ ਲਿਮਿਟ ਨੂੰ ਕੰਪਿਊਟ ਕਿਵੇਂ ਕਰੀਏ ਜਦੋਂ ਸਾਡੇ ਕੋਲ 0 ਬਾਏ 0 ਜਾਂ ਇਨਫਿਨਿਟੀ ਬਾਏ ਇਨਫਿਨਿਟੀ ਫਾਰਮ ਹੁੰਦੇ ਹਨ, ਅਤੇ ਐਲ ਹੋਸਪਿਟਲ ਦਾ ਰੂਲ ਜੋ ਇਸ ਲਿਮਿਟ ਕੰਪਿਊਟ ਕਰਨ ਲਈ ਉਪਯੋਗੀ ਸੀ, ਉਹ ਇਹ ਸੀ ਕਿ ਕੀ ਸਾਡੇ ਕੋਲ 0 ਬਾਏ 0 ਹੈ ਜਾਂ ਇਨਫਿਨਿਟੀ ਬਾਏ ਇਨਫਿਨਿਟੀ ਫਾਰਮ ਹੈ f ਓਵਰ gx ਦੇ ਅਨੁਪਾਤ ਲਈ ਅਸੀਂ ਇਸ ਰੂਲ ਨੂੰ ਲਾਗੂ ਕਰ ਸਕਦੇ ਹਾਂ, ਜਿਸ ਵਿੱਚ ਕਿਹਾ ਗਿਆ ਹੈ ਕਿ ਇਹ ਲਿਮਿਟ ਅਨੁਪਾਤ ਦੀ ਲਿਮਿਟ ਦੇ ਇਕੁਅਲ ਹੋਵੇਗੀ, ਅਤੇ ਜੇਕਰ ਦੁਬਾਰਾ ਇਹ f ਪ੍ਰਾਈਮ ਅਤੇ g ਪ੍ਰਾਈਮ ਦੋਵੇਂ ਬਣ ਜਾਂਦੇ ਹਨ ਜਾਂ 0 ਬਾਏ 0 ਫਾਰਮ ਲੈਂਦੇ ਹਨ ਜਾਂ ਇਨਫਿਨਿਟੀ ਬਾਏ ਇਨਫਿਨਿਟੀ, ਫਿਰ ਅਸੀਂ ਦੁਬਾਰਾ ਰੂਲ ਲਾਗੂ ਕਰ ਸਕਦੇ ਹਾਂ ਅਤੇ ਫਿਰ ਸਾਨੂੰ ਇਹ ਲਿਮਿਟ ਮਿਲੇਗੀ ਜੋ ਦੂਜੇ ਡੈਰੀਵੇਟਿਵ ਦੇ ਅਨੁਪਾਤ ਦੀ ਲਿਮਿਟ ਦੇ ਇਕੁਅਲ ਹੈ, ਅਤੇ ਇਸ ਤਰ੍ਹਾਂ ਅਸੀਂ ਅੱਗੇ ਕੰਟੀਨਿਊ ਰੱਖ ਸਕਦੇ ਹਾਂ ਜਦੋਂ ਤੱਕ ਅਸੀਂ ਲਿਮਿਟ ਪ੍ਰਾਪਤ ਨਹੀਂ ਕਰਦੇ। ਪਰ ਉਹ ਜ਼ਰੂਰੀ ਪੁਆਇੰਟ ਇਹ ਸੀ ਕਿ ਇਹ ਰੂਲ ਉਦੋਂ ਸਹੀ ਹੈ ਜਦੋਂ ਇਹ ਲਿਮਿਟ ਐਗਜ਼ਿਸਟ ਹੁੰਦੀਆਂ ਹਨ। ਅਸੀਂ ਇਹ ਸਿੱਟਾ ਨਹੀਂ ਕੱਢ ਸਕਦੇ ਕਿ ਇੱਥੇ ਡੈਰੀਵੇਟਿਵਜ਼ ਦੀਆਂ ਉਹ ਲਿਮਿਟ ਐਗਜ਼ਿਸਟ ਨਹੀਂ ਹਨ, ਤਾਂ ਅਸੀਂ ਇਹ ਸਿੱਟਾ ਨਹੀਂ ਕੱਢ ਸਕਦੇ ਕਿ ਓਰੀਜਨਲ ਲਿਮਿਟ ਮੌਜੂਦ ਨਹੀਂ ਹੈ। ਇਸ ਲਈ ਇਹ ਰੂਲ ਅਗਲੇ ਲੈਕਚਰ ਵਿੱਚ ਇੱਕ ਬਹੁਤ ਉਪਯੋਗੀ ਰੂਲ ਹੈ। ਅਸੀਂ ਹੁਣ ਪੜ੍ਹਾਂਗੇ ਕਿ ਦੂਜੇ ਫਾਰਮਸ ਨਾਲ ਕਿਵੇਂ ਡੀਲ ਕਰਨਾ ਹੈ, ਉਦਾਹਰਨ ਦੇ ਤੌਰ ਤੇ 0 ਇਨਫਿਨਿਟੀ, ਇਨਫਿਨਿਟੀ ਬਾਏ ਇਨਫਿਨਿਟੀ ਅਤੇ ਹੋਰ। ਧੰਨਵਾਦ।